ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਵਿੱਚ ਅਸੀਂ ਛੋਟੇ ਘੱਲੂਘਾਰੇ ਦੇ ਉੱਤੇ ਵਿਚਾਰ ਕਰਾਂਗੇ। ਇਤਿਹਾਸ ਵਿੱਚ ਦੋ ਘੱਲੂਘਾਰੇ ਹੋਏ ਸਨ, ਇੱਕ ਵੱਡਾ ਘੱਲੂਘਾਰਾ ਅਤੇ ਇੱਕ ਛੋਟਾ ਘੱਲੂਘਾਰਾ। ਅਸੀਂ ਛੋਟੇ ਘੱਲੂਘਾਰੇ ਦੇ ਉੱਤੇ ਵਿਚਾਰ ਕਰਾਂਗੇ। ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਨਵਾਜ਼ ਖਾਂ ਪੰਜਾਬ ਦੇ ਤਖ਼ਤ ਦੇ ਉੱਤੇ ਬੈਠਾ। ਉਸ ਦੇ ਦਰਬਾਰ ਵਿੱਚ ਇੱਕ ਦੀਵਾਨ ਸੀ ਜਿਸ ਦਾ ਨਾਮ ਲੱਖੂ ਸੀ। ਉਸ ਦਾ ਪੂਰਾ ਨਾਮ ਲਖਪਤ ਰਾਏ ਸੀ। ਛੋਟੇ ਘੱਲੂਘਾਰੇ ਵਿੱਚ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਉਸ ਲੱਖੂ ਨੇ ਹੀ ਕੀਤੀ ਸੀ। ਉਸ ਦਾ ਇੱਕ ਭਰਾ ਸੀ ਜਿਸ ਦਾ ਨਾਮ ਜਸਪਤ ਰਾਏ ਸੀ। ਛੋਟਾ ਨਾਮ ਉਸ ਦਾ ਜੱਸੂ ਸੀ। ਭਾਈ ਲਾਲੋ ਜੀ ਦਾ ਸਥਾਨ, ਜਿੱਥੇ ਗੁਰੂ ਨਾਨਕ ਸਾਹਿਬ ਜੀ ਕੁਝ ਦਿਨ ਠਹਿਰੇ ਵੀ, ਉਸ ਸਥਾਨ ਦੇ ਉੱਤੇ ਪੰਥ ਨੇ ਦਰਸ਼ਨ ਕਰਨੇ ਸੀ ਅਤੇ ਪੰਥ ਦੇ ਜਥੇਦਾਰ ਭਾਈ ਜੱਸਾ ਸਿੰਘ ਜੀ ਆਹਲੂਵਾਲੀਆ, ਉਹਨਾਂ ਨੇ ਇੱਕ ਚਿੱਠੀ ਜੱਸੂ ਨੂੰ ਲਿਖੀ। ਭਾਈ ਜੱਸਾ ਸਿੰਘ ਜੀ ਆਹਲੂਵਾਲੀਆ ਨੇ ਕਿਹਾ ਕਿ ਸਾਡਾ ਤੇਰੇ ਨਾਲ ਕੋਈ ਵੀ ਵੈਰੀਆਂ ਵਾਲਾ ਸੰਬੰਧ ਨਹੀਂ ਹੈ। ਅਸੀਂ ਸਿਰਫ ਸਰਕਾਰ ਦੇ ਵਿਰੁੱਧ ਚੱਲਦੇ ਹਾਂ। ਅਸੀਂ ਤੈਨੂੰ ਕੁਝ ਨਹੀਂ ਕਹਿੰਦੇ। ਅਸੀਂ ਬਸ ਉੱਥੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਥਾਨ ਦੇ ਉੱਤੇ ਦਰਸ਼ਨ ਕਰਕੇ ਚਲੇ ਜਾਣਾ ਹੈ। ਬਸ ਤੂੰ ਕੋਈ ਤਮਾਸ਼ਾ ਨਾ ਕਰੀ। ਅਤੇ ਹੋਰ ਬਹੁਤ ਸਾਰੇ ਚੰਗੇ ਸ਼ਬਦ ਭਾਈ ਜੱਸਾ ਸਿੰਘ ਜੀ ਆਹਲੂਵਾਲੀਆ ਨੇ ਉਸ ਜੱਸੂ ਨੂੰ ਕਹੇ ਅਤੇ ਪੂਰਾ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਪੱਥਰ ਦਿਲ ਇਨਸਾਨ ਨਹੀਂ ਮੰਨਿਆ। ਉਸ ਨੇ ਅੱਗੋਂ ਚਿੱਠੀ ਵਿੱਚ ਲਿਖਿਆ, ਸਿੱਖੋ, ਤੁਸੀਂ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਸ਼ੂਰਵੀਰ ਕਹਾਉਂਦੇ ਹੋ। ਤੁਹਾਡਾ ਮੈਂ ਨਾਮੋ ਨਿਸ਼ਾਨ ਮਿਟਾ ਦਾਂਗਾ। ਅਤੇ ਹੋਰ ਬਹੁਤ ਹੀ ਜ਼ਿਆਦਾ ਕੌੜੇ ਸ਼ਬਦ ਉਸ ਜੱਸੂ ਨੇ ਪੰਥ ਨੂੰ ਲਿਖੇ। ਅਤੇ ਇਹ ਚਿੱਠੀ ਪੜ੍ਹ ਕੇ ਭਾਈ ਜੱਸਾ ਸਿੰਘ ਜੀ ਆਹਲੂਵਾਲੀਆ ਪੂਰੇ ਜੋਸ਼ ਵਿੱਚ ਆ ਗਏ। ਉਹਨਾਂ ਨੇ ਲਿਖਿਆ ਕਿ ਅਸੀਂ ਤਾਂ ਦਰਸ਼ਨ ਕਰਕੇ ਰਵਾਂਗੇ, ਜੇ ਤੂੰ ਰੋਕ ਸਕਦਾ ਹੈ ਤਾਂ ਫੌਜ ਲੈ ਕੇ ਆ ਜਾ। ਅਤੇ ਜੱਸੂ ਭਾਰੀ ਫੌਜ ਲੈ ਕੇ ਮੈਦਾਨ ਵੱਲੋਂ ਤੁਰ ਪਿਆ ਅਤੇ ਸਾਹਮਣੇ ਭਾਈ ਜੱਸਾ ਸਿੰਘ ਜੀ ਆਹਲੂਵਾਲੀਆ, ਨਵਾਬ ਕਪੂਰ ਸਿੰਘ ਜੀ, ਹੋਰ ਪੰਥ ਦੇ ਵੱਡੇ ਵੱਡੇ ਵਿਦਵਾਨ ਅਤੇ ਸ਼ੂਰਵੀਰ ਸਿੰਘ ਖੜ੍ਹੇ ਸਨ। ਇੱਕ ਉੱਚੀ ਜਿਹੀ ਪਹਾੜੀ ਦੇ ਉੱਤੇ ਆਪਣਾ ਹਾਥੀ ਖੜ੍ਹਾ ਕਰਕੇ ਉਸ ਦੇ ਉੱਤੇ ਬਹਿ ਕੇ ਬਕਵਾਸ ਕਰਨ ਲੱਗ ਪਿਆ ਅਤੇ ਪੰਥ ਦੇ ਵਿਰੁੱਧ ਬਹੁਤ ਕੁਝ ਬੋਲਿਆ, ਪੰਥ ਦੀ ਸ਼ਾਨ ਦੇ ਵਿਰੁੱਧ ਬਹੁਤ ਕੁਝ ਬੋਲਿਆ। ਫਿਰ ਇੱਕ ਮਜ਼੍ਹਬੀ ਸਿੰਘ ਪਿੱਛੋਂ ਹਾਥੀ ਦੀ ਪੂਛ ਫੜ ਕੇ ਛਾਲ ਮਾਰ ਕੇ ਚੜ੍ਹਿਆ ਅਤੇ ਇੱਕ ਹੀ ਵਾਰ ਵਿੱਚ ਉਸ ਜਸਪਤ ਰਾਏ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਇਹ ਖਬਰ ਜਦ ਲਾਹੌਰ ਦੇ ਗਵਰਨਰ ਸ਼ਾਹਨਵਾਜ਼ ਖਾਨ ਕੋਲ ਪਹੁੰਚੀ ਤਾਂ ਜੱਸੂ ਦਾ ਭਰਾ ਲੱਖੂ ਭਰੇ ਦੀਵਾਨ ਵਿੱਚ ਖੜ੍ਹਾ ਹੋਇਆ ਅਤੇ ਆਪਣੀ ਪੱਗ ਚੱਕ ਕੇ ਸਿੱਟੀ ਅਤੇ ਕਿਹਾ ਕਿ ਇਹ ਪੰਥ ਗੁਰੂ ਨਾਨਕ ਖੱਤਰੀ ਨੇ ਚਲਾਇਆ ਹੈ ਅਤੇ ਮੈਂ ਇਸ ਪੰਥ ਨੂੰ ਖਤਮ ਕਰਦਾ ਹਾਂ। ਮੈਂ ਲਖਪਤ ਰਾਏ ਖੱਤਰੀ ਇਸ ਪੰਥ ਨੂੰ ਖਤਮ ਕਰਦਾ ਹਾਂ। ਅਤੇ ਉਸ ਨੇ ਕਿਹਾ ਕਿ ਮੈਂ ਇਹ ਪੱਗ ਉਦੋਂ ਹੀ ਪਾਵਾਂਗਾ ਜਦੋਂ ਮੈਂ ਸਿੱਖ ਪੰਥ ਖਤਮ ਕਰ ਦਿੱਤਾ। ਅਤੇ ਉਸ ਲੱਖੂ ਪਾਪੀ ਨੇ ਗੁਰਦੁਆਰਿਆਂ ਵਿੱਚ ਹਮਲੇ ਕਰਵਾਏ, ਸਰੂਪਾਂ ਨੂੰ ਸਾੜ ਦਿੱਤਾ, ਖੂਹਾਂ ਵਿੱਚ ਸੁੱਟ ਦਿੱਤਾ, ਗੁਟਕੇ ਸਾਹਿਬ ਵੀ ਖੂਹਾਂ ਵਿੱਚ ਸਿੱਟ ਦਿੱਤੇ, ਧਰਤੀ ਥੱਲੇ ਦੱਬ ਦਿੱਤੇ ਅਤੇ ਇੰਨੀ ਬੇਅਦਬੀ ਕੀਤੀ। ਹਰ ਰੋਜ਼ ਹਜ਼ਾਰਾਂ ਹੀ ਬੇਗੁਨਾਹ ਸਿੱਖ ਜੋ ਕਿ ਸਹਿਜਧਾਰੀ ਸਨ, ਉਹਨਾਂ ਦੇ ਸਿਰ ਲਾਹ ਕੇ ਲੋਕਾਂ ਨੂੰ ਵਿਖਾਉਂਦਾ ਹੈ। ਹਰ ਰੋਜ਼ ਹਜ਼ਾਰਾਂ ਹੀ ਸਿੱਖ ਸ਼ਹੀਦ ਹੋ ਜਾਂਦੇ ਸਨ। ਸਿੱਖਾਂ ਦੇ ਉੱਤੇ ਪੈਸੇ ਲਾਉਂਦਾ ਹੈ। ਜੋ ਕੋਈ ਸਿੱਖਾਂ ਨੂੰ ਮਾਰ ਕੇ ਲਾਹੌਰ ਦੇ ਦਰਬਾਰ ਵਿੱਚ ਪੇਸ਼ ਕਰੇਗਾ, ਉਸ ਨੂੰ 80 ਜਾਂ ਫਿਰ 90 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਅਤੇ ਕਈ ਪੱਥਰ ਦਿਲ ਲਾਲਚੀ ਲੋਕ ਆਪਣੀਆਂ ਬੇਟੀਆਂ ਦਾ ਸਿਰ ਵੱਢ ਕੇ ਉਹਨਾਂ ਦੇ ਥੋੜ੍ਹੇ ਮੁੱਖ ਛਿੱਲ ਕੇ, ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਕੁੜੀ ਹੈ, ਅਤੇ ਲਾਹੌਰ ਦਰਬਾਰ ਵਿੱਚ ਪੇਸ਼ ਕਰ ਦਿੰਦੇ ਸਨ ਅਤੇ ਕਹਿੰਦੇ ਸਨ ਕਿ ਇਹ ਸਿੱਖਾਂ ਦਾ ਲੜਕਾ ਸੀ ਜਿਸ ਨੂੰ ਅਸੀਂ ਮਾਰ ਦਿੱਤਾ ਹੈ। ਅਤੇ ਪੱਥਰ ਦਿਲ ਇਨਸਾਨ ਪੈਸਿਆਂ ਦੇ ਮੋਹ ਵਿੱਚ ਆ ਕੇ ਆਪਣੀਆਂ ਹੀ ਬੇਟੀਆਂ ਨੂੰ ਮਾਰ ਦਿੰਦੇ ਸਨ। ਲੱਖੂ ਪਾਪੀ ਨੂੰ ਪੰਥ ਦਾ ਪਤਾ ਲੱਗ ਗਿਆ। ਉਹ ਭਾਰੀ ਫੌਜ ਲੈ ਕੇ
ਪੰਥ ਵੱਲ ਤੁਰ ਪਿਆ। 35,000 ਦੇ ਕਰੀਬ ਫੌਜ ਸੀ। ਜਦੋਂ ਵੀ ਕੋਈ ਰਾਹ ਵਿੱਚ ਮਿਲਦਾ ਤਾਂ ਉਸ ਨੂੰ ਆਪਣੀ ਫੌਜ ਵਿੱਚ ਰਲਾ ਲੈਂਦਾ ਅਤੇ ਕਹਿੰਦਾ ਕਿ ਜਦੋਂ ਤੱਕ ਤੁਸੀਂ ਸਿੰਘਾਂ ਨੂੰ ਨਹੀਂ ਮਾਰਦੇ ਤੁਸੀਂ ਸਾਡੇ ਨਾਲ ਹੀ ਰਹਿਣਾ ਹੈ, ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੌਜ ਵਿੱਚ ਸ਼ਾਮਿਲ ਕਰ ਲਿਆ ਅਤੇ ਬਹੁਤ ਹੀ ਭਾਰੀ ਫੌਜ ਲੈ ਕੇ ਕਾਨੂੰ ਮਾਨ ਦੇ ਛੰਭ ਵੱਲ ਗਿਆ। ਸਿੰਘ ਵੀ ਅੱਗੇ ਅੱਗੇ ਸਨ। ਉਹ ਕਾਨੂੰ ਮਾਨ ਦੇ ਛੰਭ ਵਿੱਚ ਫਸ ਗਏ। ਉੱਪਰੋਂ ਮੀਂਹ ਪੈ ਰਿਹਾ ਸੀ ਅਤੇ ਰਾਵੀ ਦਰਿਆ ਬਹੁਤ ਹੀ ਜ਼ਿਆਦਾ ਚੜ੍ਹ ਗਿਆ ਅਤੇ ਉੱਤੋਂ ਪਹਾੜੀ ਰਾਜੇ ਗੋਲੀਆਂ ਬੰਦੂਕਾਂ ਨਾਲ ਪਹਿਲਾਂ ਹੀ ਤਿਆਰ ਸਨ। ਉਹ ਤਾਂ ਪਹਿਲਾਂ ਹੀ ਸਿੰਘਾਂ ਤੋਂ ਡਰਦੇ ਸਨ ਕਿ ਇਹ ਸਾਡਾ ਰਾਜ ਨਾ ਲੈ ਲੈਣ। ਕੋਈ ਸਿੰਘ ਪਿੱਛੇ ਨੂੰ ਨਹੀਂ ਮੁੜ ਸਕਦਾ ਸੀ। ਪਹਾੜਾਂ ਵੱਲੋਂ ਚੜ੍ਹੇ ਤਾਂ ਉੱਤੋਂ ਗੋਲੀਆਂ ਦੀ ਬੌਛਾਰ ਆਉਂਦੀ ਸੀ। ਰਾਵੀ ਦਰਿਆ ਬਹੁਤ ਹੀ ਚੜ੍ਹਿਆ ਸੀ। ਜੇ ਕੋਈ ਅੰਦਰ ਜਾਂਦਾ ਤਾਂ ਪਤਾ ਨਹੀਂ ਲੱਗਦਾ। ਪੰਥ ਦੇ ਵਿੱਚ 4 ਭਰਾ ਸਿੱਖ ਸੀ ਜੋ ਕਿ ਬਹੁਤ ਹੀ ਜ਼ਿਆਦਾ ਵੱਡੇ ਸ਼ੂਰਵੀਰ ਸਨ, ਜੋ ਕਿ ਪੰਥ ਦੇ ਜੰਗਾਂ ਵਿੱਚ ਅੱਗੇ ਹੋ ਕੇ ਲੜਦੇ ਸਨ। 4 ਭਰਾ ਇੰਨੇ ਵੱਡੇ ਸ਼ੂਰਵੀਰ ਜਿਨ੍ਹਾਂ ਦੇ ਅੱਗੇ ਕੋਈ ਟਿਕ ਨਹੀਂ ਸਕਦਾ ਸੀ। ਉਹ ਚਾਰੇ ਉਹਨਾਂ ਵਿੱਚੋਂ 2 ਭਰਾ ਅੱਗੇ ਵੱਧ ਕੇ ਰਾਵੀ ਦਰਿਆ ਦੀ ਗਹਿਰਾਈ ਦੇਖਣ ਲੱਗੇ ਅਤੇ ਰਾਵੀ ਦਰਿਆ ਨੂੰ ਪਰਖਣ ਲੱਗੇ। ਅਤੇ ਜਦ ਉਹ ਰਾਵੀ ਦਰਿਆ 'ਚ ਉਤਰੇ ਤਾਂ ਨਾ ਘੋੜੇ ਲੱਭੇ, ਨਾ ਉਹ 2 ਸ਼ੂਰਵੀਰ ਸਿੰਘ। ਉਹ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਲੱਖੂ ਪਾਪੀ ਨੇ ਇਨਸਾਨੀਅਤ ਨੂੰ ਤਿਆਗ ਕੇ ਕਾਨੂੰ ਮਾਨ ਦੇ ਛੰਭ ਨੂੰ ਅੱਗ ਵੀ ਲਾ ਦਿੱਤੀ। ਜਦੋਂ ਕੋਈ ਝਾੜੀਆਂ ਵਿੱਚ ਸਿੰਘ ਬਾਹਰ ਆਉਂਦਾ ਤਾਂ ਗੋਲੀਆਂ ਚਲਾ ਦਿੰਦੇ। ਇਸ ਪੰਥ ਵਿੱਚ ਮਹਾਨ ਵਿਦਵਾਨ ਅਤੇ ਸ਼ੂਰਵੀਰ ਸਿੰਘ ਭਾਈ ਸੁੱਖਾ ਸਿੰਘ ਜੀ ਵੀ ਸਨ, ਜੋ ਕਿ ਲੱਖੂ ਪਾਪੀ ਨੂੰ ਪਾਗਲ ਸ਼ੇਰਾਂ ਵਾਂਗੂ ਲੱਭ ਰਹੇ ਸਨ। ਲੱਖੂ ਪਾਪੀ ਤਾਂ ਫੌਜ ਦੇ ਵਿੱਚ ਲੁਕਿਆ ਬੈਠਿਆ ਸੀ। ਕਈ ਸਿੰਘ ਉੱਪਰ ਨੂੰ ਚੜ੍ਹੇ ਪਹਾੜ ਵੱਲੋਂ ਅਤੇ ਕਈ ਸਿੰਘ ਤਾਂ ਪਹਾੜੀ ਰਾਜਿਆਂ ਦੇ ਫੌਜਾਂ ਦੀਆਂ ਗੋਲੀਆਂ ਖਾ ਕੇ ਸ਼ਹੀਦ ਹੋ ਗਏ, ਪਰ ਕਈ ਚੜ੍ਹ ਗਏ। ਰਾਵੀ ਦਰਿਆ ਦੇ ਪਾਰ ਵੀ ਕੋਈ ਨਹੀਂ ਜਾ ਸਕਦਾ ਸੀ। ਬਾਬਾ ਦੀਪ ਸਿੰਘ ਜੀ ਵੀ ਇਸ ਪੰਥ ਵਿੱਚ ਸਨ। ਕਈ ਸਿੰਘ ਪੈਦਲ ਸਨ ਅਤੇ ਕਈ ਸਿੰਘ ਘੋੜਿਆਂ 'ਤੇ ਸਨ। ਜੇ ਘੋੜੇ ਲੈ ਕੇ ਉੱਤੇ ਨੂੰ ਚੜ੍ਹੇ ਤਾਂ ਥੱਲੇ ਡਿੱਗਣ ਦਾ ਖਤਰਾ ਹੈ ਅਤੇ ਥੱਲੇ ਦਾ ਰਾਵੀ ਦਰਿਆ ਚੜ੍ਹਿਆ ਹੋਇਆ ਸੀ। ਉੱਪਰੋਂ ਮੀਂਹ ਪੈ ਰਿਹਾ ਸੀ। ਕਈ ਸਿੰਘ ਘੋੜਿਆਂ ਦੇ ਸਣੇ ਹੀ ਰਾਵੀ ਦਰਿਆ ਵਿੱਚ ਡੁੱਬ ਗਏ। ਕਈ ਸਿੰਘ ਚੜ੍ਹ ਗਏ ਅਤੇ ਉਦੋਂ ਵੀ ਕਈ ਪਰਿਵਾਰਾਂ ਦਾ ਵਿਛੋੜਾ ਹੋਇਆ। ਹੁਣ ਸਿੰਘਾਂ ਨੇ ਸੋਚ ਲਿਆ ਕਿ ਹੁਣ ਕੁਝ ਨਹੀਂ ਰਹਿ ਗਿਆ ਹੈ, ਹੁਣ ਇਸ ਫੌਜ ਨੂੰ ਵਿੱਚੋਂ ਚੀਰ ਕੇ ਅੱਗੇ ਲੰਘੋ। ਅਤੇ ਭਾਈ ਸੁੱਖਾ ਸਿੰਘ ਜੀ ਕੁਝ ਸਿੰਘਾਂ ਦਾ ਜਥਾ ਲੈ ਕੇ ਅੱਗੇ ਵਧੇ। ਅੱਗਿਓਂ ਤੋਪਾਂ ਦੇ ਗੋਲੇ, ਗੋਲੀਆਂ ਦੀ ਬੌਛਾਰ ਅਤੇ ਤੀਰਾਂ ਦੀ ਬੌਛਾਰ ਹੋ ਰਹੀ ਸੀ। ਇਸ ਜੰਗ ਵਿੱਚ ਇੱਕ ਤੋਪ ਦਾ ਗੋਲਾ ਭਾਈ ਸੁੱਖਾ ਸਿੰਘ ਜੀ ਦੇ ਪੱਟ ਦੇ ਉੱਤੇ ਵੱਜਾ ਅਤੇ ਉਹਨਾਂ ਦਾ ਪੱਟ ਟੁੱਟ ਗਿਆ। ਅੰਦਰੋਂ ਹੱਡੀ ਹੀ ਚੂਰ ਹੋ ਗਈ ਸੀ। ਭਾਈ ਸੁੱਖਾ ਸਿੰਘ ਜੀ ਨੇ ਦਲੇਰ ਬਣ ਕੇ ਆਪਣੇ ਪੱਟ ਨੂੰ ਇੱਕ ਪਰਨੇ ਦੇ ਨਾਲ ਘੋੜੇ ਦੀ ਕਾਠੀ ਦੇ ਨਾਲ ਬੰਨ੍ਹ ਲਿਆ ਅਤੇ ਵਾਪਸ ਆ ਗਏ। ਹੁਣ ਸਾਰਾ ਪੰਥ ਅੱਗੇ ਵਧਿਆ ਅਤੇ ਮੁਗਲ ਫੌਜਾਂ ਨੂੰ ਚੀਰਦਾ ਹੋਇਆ ਅੱਗੇ ਵੱਧ ਰਿਹਾ ਹੈ। ਕਈਆਂ ਨੇ ਤਾਂ ਰਾਹ ਦੇ ਦਿੱਤਾ, ਪਰ ਕੁਝ ਮੂਹਰੇ ਅੜੇ ਰਹੇ ਅਤੇ ਉਹਨਾਂ ਨੂੰ ਸਿੰਘ ਸੋਧ ਕੇ ਅੱਗੇ ਵਧੇ। ਕੁਝ ਸਿੰਘ ਉੱਪਰ ਪਹਾੜੀ ਰਾਜਿਆਂ ਦੇ ਕੋਲ ਨੌਕਰੀ ਕਰਨ ਲੱਗ ਪਏ ਅਤੇ ਕੁਝ ਸਿੰਘ ਮਾਲਵੇ ਦੀ ਧਰਤੀ ਵੱਲ ਆ ਗਏ। ਉਹ ਪਹਾੜ ਵਾਲੇ ਸਿੰਘ ਆਪਣੀ ਰੁਜ਼ਗਾਰੀ ਕੱਪੜੇ ਲਈ ਫੌਜੀ ਬਣ ਗਏ। ਪਹਾੜੀ ਰਾਜੇ ਇਸ ਗੱਲ ਤੋਂ ਅਣਜਾਣ ਸਨ ਕਿ ਇਹ ਵੀ ਸਿੰਘ ਹੀ ਹਨ। ਫਿਰ 6-7 ਮਹੀਨਿਆਂ ਬਾਅਦ ਜਦੋਂ ਪੰਥ ਕਾਇਮ ਹੋ ਗਿਆ ਤਾਂ ਭਾਈ ਸੁੱਖਾ ਸਿੰਘ ਜੀ ਦੇ ਪੱਟ ਵੀ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ। ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਸੀ ਅਤੇ ਪਹਾੜ ਵਾਲੇ ਸਿੰਘ ਵੀ ਥੱਲੇ ਆ ਗਏ ਅਤੇ ਪੰਥ ਨਾਲ ਆ ਕੇ ਮਿਲ ਗਏ। ਪੰਥ ਵੀ ਇਹ ਗੱਲ ਦਾ ਬਦਲਾ ਲੈਣਾ ਚਾਹੁੰਦਾ ਸੀ, ਪਰ ਰੱਬ ਦੇ ਵੀ ਅਲੱਗ ਹੀ ਰੰਗ ਹਨ।
ਬਾਣੀ ਵਿੱਚ ਇੱਕ ਪੰਕਤੀ ਹੈ, ਰੱਬ ਨਾ ਡਾਂਗੀ ਮਾਰਦਾ ਦੇਵੇ ਕਵੱਲੀ ਮੱਤ। ਇਸ ਦਾ ਅਰਥ ਹੈ ਕਿ ਰੱਬ ਕਦੀ ਵੀ ਡਾਂਗ ਨਹੀਂ ਮਾਰਦਾ, ਉਸ ਦੇ ਡਾਂਗ ਵਿੱਚ ਕਦੀ ਵੀ ਆਵਾਜ਼ ਨਹੀਂ ਹੁੰਦੀ। ਉਹ ਜਦੋਂ ਵੀ ਮਾਰਦਾ ਹੈ ਕਵੱਲੀ ਮੱਤ ਦੇ ਦਿੰਦਾ ਹੈ। ਲੱਖੂ ਪਾਪੀ ਅਤੇ ਸ਼ਾਹ ਨਵਾਜ਼ ਖਾਨ ਨਾਲ ਵੀ ਕੁਝ ਇੱਦਾਂ ਹੀ ਹੋਇਆ। ਦਿੱਲੀ ਤੋਂ ਮੀਰ ਮੰਨੂ ਦਿੱਲੀ ਦਾ ਵਜ਼ੀਰ ਲੈ ਕੇ ਚੜ੍ਹ ਆਇਆ। ਉੱਧਰੋਂ ਅਬਦਾਲੀ ਆ ਰਿਹਾ ਸੀ ਅਤੇ ਲੱਖੂ ਪਾਪੀ ਅਤੇ ਸ਼ਾਹ ਨਵਾਜ਼ ਖਾਨ ਉਸ ਨਾਲ ਮਿਲ ਗਏ ਅਤੇ ਯੁੱਧ ਹੋਣਾ ਸ਼ੁਰੂ ਹੋ ਗਿਆ। 22-23 ਦਿਨ ਯੁੱਧ ਚੱਲਿਆ। ਮੀਰ ਮੰਨੂ ਦਾ ਵੀ ਦਿਮਾਗ ਬਹੁਤ ਹੀ ਜ਼ਿਆਦਾ ਸੀ। ਇਸ ਜੰਗ ਵਿੱਚ ਹਾਥੀ ਦੇ ਉੱਤੇ ਬੈਠਾ ਦਿੱਲੀ ਦਾ ਵਜ਼ੀਰ ਸ਼ਹੀਦੀ ਪ੍ਰਾਪਤ ਕਰ ਗਿਆ ਅਤੇ ਮੀਰ ਮੰਨੂ ਨੇ ਉਸ ਨੂੰ ਹਾਥੀ ਦੇ ਉੱਤੇ ਹੀ ਬਿਠਾਈ ਰੱਖਿਆ ਅਤੇ ਇੱਕ ਆਦਮੀ ਪਿੱਛੇ ਰੱਖ ਲਿਆ, ਜੋ ਵੀ ਕੋਈ ਆ ਕੇ ਸਲਾਮ ਕਰਦਾ ਸੀ ਅਤੇ ਉਹ ਆਦਮੀ ਥੋੜ੍ਹਾ ਜਿਹਾ ਵਜ਼ੀਰ ਦਾ ਹੱਥ ਹਿਲਾ ਦਿੰਦਾ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਇਹ ਮਰ ਗਿਆ ਹੈ। ਅੰਤ ਮੀਰ ਮੰਨੂ ਦੀ ਫੌਜ ਦੀ ਜਿੱਤ ਹੋਈ। ਅਬਦਾਲੀ ਭੱਜ ਗਿਆ। ਮੀਰ ਮੰਨੂ ਨੇ ਲੱਖੂ ਪਾਪੀ ਫੜ ਲਿਆ ਅਤੇ ਸ਼ਾਹ ਨਵਾਜ਼ ਖਾਂ ਵੀ ਕਾਬਲ ਵੱਲ ਭੱਜ ਗਿਆ। ਪੰਥ ਦੇ ਵਿੱਚ ਇੱਕ ਮਹਾਨ ਵਿਦਵਾਨ ਹੋਏ ਸਨ ਜੋ ਕਿ ਉਸ ਸਮੇਂ ਲਾਹੌਰ ਦੇ ਦੀਵਾਨ ਵਿੱਚ ਦੀਵਾਨ ਵੀ ਰਹੇ ਸਨ। ਬਹੁਤ ਹੀ ਵੱਡੇ ਵਿਦਵਾਨ ਭਾਈ ਕੌੜਾ ਮੱਲ ਜੀ। ਉਹਨਾਂ ਨੇ ਲੱਖੂ ਪਾਪੀ ਨੂੰ ਬਹੁਤ ਸਮਝਾਇਆ ਕਿ ਇੱਦਾਂ ਨਾ ਕਰ, ਸਿੱਖਾਂ ਨੂੰ ਨਾ ਮਾਰ, ਇਹਨਾਂ ਬੇਦੋਸ਼ੇ ਸਿੱਖਾਂ ਨੇ ਤੇਰਾ ਕੀ ਵਿਗਾੜਿਆ ਹੈ। ਤੂੰ ਤਾਂ ਉਹਨਾਂ ਖਾੜਕੂ ਸਿੰਘਾਂ ਦਾ ਵੈਰੀ ਹੈ ਜੋ ਕਿ ਜੰਗਲ ਵਿੱਚ ਰਹਿ ਰਹੇ ਸਨ। ਲੱਖੂ ਪਾਪੀ ਨੇ ਕਿਸੇ ਵੀ ਵਿਦਵਾਨ ਮਹਾਂਪੁਰਸ਼ ਦੀ ਗੱਲ ਨਹੀਂ ਸੁਣੀ ਅਤੇ ਲਗਾਤਾਰ ਪਾਪ ਕਰਦਾ ਹੀ ਗਿਆ। ਅਤੇ ਉਸ ਸਮੇਂ ਉਹਨਾਂ ਨੇ ਮੀਰ ਮੰਨੂ ਦੇ ਅੱਗੇ ਬੇਨਤੀ ਕੀਤੀ ਕਿ ਇਹ ਲੱਖੂ ਪਾਪੀ ਨੂੰ ਮੇਰੇ ਹਵਾਲੇ ਕਰ ਦਿਓ। ਉਹਨਾਂ ਨੇ ਕਿਹਾ ਕਿ ਜਿੰਨੇ ਪੈਸੇ ਤੁਸੀਂ ਮੰਗਦੇ ਹੋ ਮੈਂ ਦੇਣ ਨੂੰ ਤਿਆਰ ਹਾਂ, ਬਸ ਇਸ ਲੱਖੂ ਪਾਪੀ ਨੂੰ ਮੇਰੇ ਹਵਾਲੇ ਕਰ ਦਿਓ। ਅਤੇ ਮੀਰ ਮੰਨੂ ਨੂੰ ਉਹਨਾਂ ਦਾ ਸੁਭਾਅ ਬਹੁਤ ਹੀ ਜ਼ਿਆਦਾ ਚੰਗਾ ਲੱਗਾ। ਮੀਰ ਮੰਨੂ ਨੇ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਦੀਵਾਨ ਰੱਖ ਲਿਆ ਅਤੇ ਪੰਜਾਬ ਦੇ ਉੱਤੇ ਰਾਜ ਕਰਨ ਲੱਗ ਪਏ ਅਤੇ ਪੰਜਾਬ ਦੇ ਤਖ਼ਤ ਦੇ ਉੱਤੇ ਮੀਰ ਮੰਨੂ ਬੈਠ ਗਿਆ। ਹੁਣ ਕੌੜਾ ਮੱਲ ਜੀ ਲੱਖੂ ਪਾਪੀ ਵੱਲ ਤੱਕ ਕੇ ਕਹਿ ਰਹੇ ਸਨ ਕਿ ਹੁਣ ਦੱਸ ਤੇਰਾ ਕੀ ਕਰੀਏ। ਤੈਨੂੰ ਮੈਂ ਪਹਿਲਾਂ ਵੀ ਸਮਝਾਇਆ ਸੀ ਕਿ ਤੂੰ ਇਹਨਾਂ ਬੇਦੋਸ਼ੇ ਸਿੱਖਾਂ ਨੂੰ ਨਾ ਮਾਰ, ਪਰ ਤੂੰ ਕਿੱਥੋਂ ਮੰਨਦਾ ਸੀ। ਭਾਈ ਕੌੜਾ ਮੱਲ ਜੀ ਵੱਡੀਆਂ ਅੱਖਾਂ ਕਰਕੇ ਉਸ ਲੱਖੂ ਪਾਪੀ ਨੂੰ ਤੱਕ ਰਹੇ ਸੀ। ਲੱਖੂ ਪਾਪੀ ਅੱਗੋਂ ਕੁਝ ਨਹੀਂ ਬੋਲ ਰਿਹਾ ਸੀ। ਭਾਈ ਕੌੜਾ ਮੱਲ ਜੀ ਨੇ ਵੀ ਉਸ ਲੱਖੂ ਪਾਪੀ ਨੂੰ ਉਸ ਦੇ ਕਰਮਾਂ ਦੀ ਸਜ਼ਾ ਦਿੱਤੀ। ਉਸ ਸਮੇਂ ਕੋਈ ਸ਼ੌਚਾਲय ਨਹੀਂ ਹੁੰਦਾ ਸੀ। ਉਸ ਸਮੇਂ ਇੱਕ ਫੱਟੇ ਲੱਗੇ ਹੁੰਦੇ ਸੀ ਅਤੇ ਥੱਲੇ ਟੋਏ ਹੁੰਦੇ ਸੀ, ਉੱਥੇ ਹੀ ਸ਼ੌਚ ਹੁੰਦਾ ਸੀ। ਅਤੇ ਭਾਈ ਕੌੜਾ ਮੱਲ ਜੀ ਨੇ ਉਸ ਟੋਏ ਵਿੱਚ ਉਸ ਲੱਖੂ ਨੂੰ ਸਿੱਟ ਦਿੱਤਾ ਅਤੇ ਸਿੰਘਾਂ ਨੂੰ ਕਿਹਾ ਕਿ ਸਿੰਘੋ ਇਸ ਦੇ ਉੱਤੇ ਹੀ ਹੱਗਣਾ ਮੂਤਣਾ ਕਰਨਾ ਹੈ। ਪੰਥ ਵਿੱਚ ਵੀ ਲੱਖੂ ਪਾਪੀ ਲਈ ਬਹੁਤ ਹੀ ਜ਼ਿਆਦਾ ਈਰਖਾ ਸੀ, ਪਰ ਭਾਈ ਕੌੜਾ ਮੱਲ ਲਈ ਬਹੁਤ ਹੀ ਜ਼ਿਆਦਾ ਸਤਿਕਾਰ ਸੀ। ਸਾਰਾ ਪੰਥ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਚੰਗਾ ਮੰਨਦਾ ਸੀ ਅਤੇ ਉਹਨਾਂ ਨੂੰ ਪਿਆਰ ਨਾਲ ਮਿੱਠਾ ਮੱਲ ਕਹਿੰਦੇ ਸਨ। ਭਾਈ ਕੌੜਾ ਮੱਲ ਜੀ ਜਿਨ੍ਹਾਂ ਦੇ ਵੰਸ਼ ਵਿੱਚੋਂ ਹੀ ਭਾਈ ਵੀਰ ਸਿੰਘ ਜੀ ਸਨ, ਜੋ ਕਿ ਪੰਜਾਬ ਦੇ ਬਹੁਤ ਹੀ ਵੱਡੇ ਲੇਖਕ ਬਣੇ। ਇਸ ਤਰ੍ਹਾਂ ਲੱਖੂ ਪਾਪੀ ਨੂੰ ਕੁੱਤੇ ਦੀ ਮੌਤ ਆਈ। ਉਸ ਤੋਂ ਬਾਅਦ ਸ਼ਾਹ ਨਵਾਜ਼ ਖਾਨ ਦੀ ਵਾਰੀ ਸੀ, ਪਰ ਮੀਰ ਮੰਨੂ ਵੀ ਸਿੰਘਾਂ ਦਾ ਵੈਰੀ ਸੀ। ਉਹਨਾਂ ਨੇ ਸਿੱਖਾਂ ਦੇ ਪਿੱਛੇ ਫੌਜ ਲਗਾ ਦਿੱਤੀ। ਸਿੰਘ ਰਾਮ ਛਾਉਣੀ ਦੇ ਅੰਦਰ ਵੜ ਗਏ ਜੋ ਕਿ ਉਹਨਾਂ ਨੇ ਬਣਾਈ ਸੀ। ਇੱਕ ਚਾਰ ਦੀਵਾਰੀ ਵਿੱਚ 500 ਸਿੰਘ ਜੋ ਕਿ ਸ਼ਹੀਦ ਹੋਣ ਨੂੰ ਬੇਕਰਾਰ ਰਹੇ ਅਤੇ ਬਾਹਰ ਵੀ ਸਿੰਘਾਂ ਦਾ ਪਹਿਰਾ ਸੀ। ਉਸ
ਮੀਰ ਮੰਨੂ ਨੇ ਸਿੰਘਾਂ ਦੇ ਉੱਤੇ ਫੌਜ ਚੜ੍ਹਾ ਦਿੱਤੀ। ਫੌਜ ਵਿੱਚ ਇੱਕ ਸਿੱਖ ਵੀ ਸੀ ਜਿਸ ਦੇ ਕੋਲ ਭਾਰੀ ਜਥਾ ਸੀ। ਉਸ ਦੀ ਬੇਟੀ ਕਿਸੇ ਕਾਰਨ ਨਾਲ ਮਰ ਗਈ ਅਤੇ ਸਿੰਘਾਂ ਨੇ ਸਮਝਿਆ ਕਿ ਇਸ ਸਿੰਘ ਨੇ ਆਪਣੀ ਬੇਟੀ ਨੂੰ ਮਾਰਿਆ ਹੈ, ਪੰਥ ਵਿੱਚ ਇਸ ਦੀ ਕੋਈ ਜਗ੍ਹਾ ਨਹੀਂ ਹੈ। ਸਿੰਘਾਂ ਨੇ ਉਸ ਨੂੰ ਪੰਥ ਵਿੱਚੋਂ ਬਾਹਰ ਕੱਢ ਦਿੱਤਾ। ਹੁਣ ਉਹ ਵੀ ਇਸ ਜੰਗ ਵਿੱਚ ਸੀ ਪਰ ਸਿੱਖਾਂ ਦੇ ਵਿਰੁੱਧ। ਉਸਨੇ ਸੋਚਿਆ ਕਿ ਇਹ ਵੀ ਮੇਰੇ ਭਰਾ ਹੀ ਸਨ, ਮੈਂ ਇਹਨਾਂ ਨੂੰ ਕਿਉਂ ਮਾਰਾਂ। ਅਤੇ ਅੰਦਰ ਇੱਕ ਸਿੱਖਾਂ ਦਾ ਪ੍ਰੇਮੀ ਗਿਆ ਅਤੇ ਉਸਨੇ ਸਾਰੀ ਗੱਲ ਜਾ ਕੇ ਦੱਸੀ ਕਿ ਇੱਕ ਤੁਹਾਡਾ ਹੀ ਸਿੱਖ ਬਾਹਰ ਭਾਰੀ ਜਥਾ ਲੈ ਕੇ ਖੜ੍ਹਾ ਹੋਇਆ ਹੈ। ਉਹ ਤੁਹਾਡੇ ਇੰਤਜ਼ਾਰ ਵਿੱਚ ਹੈ, ਕਦੋਂ ਤੁਸੀਂ ਉਸ ਨੂੰ ਪੰਥ ਵਿੱਚ ਵਾਪਸ ਲਾਓ ਅਤੇ ਕਦੋਂ ਉਹ ਆਵੇ। ਅਤੇ ਪੰਥ ਨੇ ਵੀ ਸੋਚ ਲਿਆ ਕਿ ਇਹ ਵੀ ਸਾਡਾ ਭਰਾ ਹੀ ਹੈ, ਇਸ ਨੂੰ ਅਸੀਂ ਕਿਉਂ ਆਪਣੇ ਤੋਂ ਅਲੱਗ ਕਰੀਏ। ਪੰਥ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ। ਪੰਥ ਨੇ ਉਹਨਾਂ ਨੂੰ ਅੰਦਰ ਬੁਲਾ ਲਿਆ ਅਤੇ ਉਹ ਭਾਰੀ ਜਥਾ ਲੈ ਕੇ ਅੰਦਰ ਵੜ ਗਏ। ਮੁਗਲਾਂ ਨੂੰ ਲੱਗਿਆ ਕਿ ਇਹ ਰਾਮ ਛਾਉਣੀ ਦੇ ਉੱਤੇ ਹਮਲਾ ਕਰਨ ਜਾ ਰਿਹਾ ਹੈ, ਪਰ ਉਹ ਅੰਦਰ ਵੜ ਗਏ। ਹੁਣ ਅਬਦਾਲੀ ਅਤੇ ਸ਼ਾਹ ਨਵਾਜ਼ ਖਾਂ ਵੱਡੀ ਫੌਜ ਲੈ ਕੇ ਫਿਰ ਪੰਜਾਬ ਵੱਲ ਚੜ੍ਹ ਗਏ ਅਤੇ ਭਾਈ ਕੌੜਾ ਮੱਲ ਜੀ ਨੇ ਕਿਹਾ ਕਿ ਮੀਰ ਮੰਨੂ ਨੂੰ ਕਿਹਾ ਕਿ ਹੁਣ ਅਸੀਂ ਸਿੰਘਾਂ ਦਾ ਸਹਾਰਾ ਲੈ ਲਈਏ। ਅਤੇ ਮੀਰ ਮੰਨੂ ਵੀ ਬੜਾ ਹੀ ਜ਼ਿਆਦਾ ਸ਼ਾਤਿਰ ਆਦਮੀ ਸੀ। ਉਸਨੇ ਕਿਹਾ ਕਿ ਠੀਕ ਹੈ, ਅਸੀਂ ਸਿੰਘਾਂ ਨੂੰ ਲੈ ਲੈਂਦੇ ਹਾਂ। ਉਹਨਾਂ ਨੇ ਉਹ ਇਸ ਲਈ ਕਿਉਂਕਿ ਸਿੱਖਾਂ ਦਾ ਨਿਸ਼ਾਨਾ ਵੀ ਪੱਕਾ ਸੀ। ਸਿੰਘ ਬਹੁਤ ਹੀ ਜ਼ਿਆਦਾ ਸ਼ੂਰਵੀਰ ਅਤੇ ਬਹਾਦਰ ਸਨ। ਉਸ ਮੀਰ ਮੰਨੂ ਨੇ ਸੋਚਿਆ ਕਿ ਹੁਣ ਮੈਂ ਸਿੱਖਾਂ ਦਾ ਇਸਤੇਮਾਲ ਕਰਕੇ ਇਹਨਾਂ ਨੂੰ ਹੀ ਖਤਮ ਕਰ ਦਾਂਗਾ। ਪੰਥ ਦਾ ਅੱਗੇ ਉਸ ਸ਼ਾਹ ਨਵਾਜ਼ ਖਾਂ ਦਾ ਵੈਰੀ ਸੀ। ਪੰਥ ਵੀ ਇਹ ਗੱਲ ਲਈ ਮੰਨ ਗਿਆ। ਸ਼ਾਹ ਨਵਾਜ਼ ਖਾਂ ਇੱਕ ਹਾਥੀ ਦੇ ਉੱਤੇ ਚੜ੍ਹ ਕੇ ਜੰਗ ਵਿੱਚ ਆਇਆ ਸੀ ਅਤੇ ਸਿੰਘ ਵੀ ਅੱਗੇ ਆਏ। ਸਿੰਘਾਂ ਨੇ ਆਪਣੀਆਂ ਬੰਦੂਕਾਂ ਪਹਿਲਾਂ ਹੀ ਭਰ ਕੇ ਰੱਖੀਆਂ ਸੀ। ਜਦੋਂ ਸ਼ਾਹ ਨਵਾਜ਼ ਖਾਂ ਅੱਗੇ ਵਧਿਆ ਅਤੇ ਸਿੰਘਾਂ ਨੇ ਉਦੋਂ ਹੀ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਉਸ ਸ਼ਾਹ ਨਵਾਜ਼ ਦੇ ਛਾਤੀ ਵਿੱਚ ਲੱਗੀ, ਗੋਲੀ ਆਰ ਪਾਰ ਹੋ ਗਈ ਅਤੇ ਉਹ ਹਾਥੀ ਤੋਂ ਥੱਲੇ ਡਿੱਗ ਪਿਆ। ਇੱਕ ਫੁਰਤੀਲਾ ਸਿੰਘ ਫੁਰਤੀ ਨਾਲ ਅੱਗੇ ਗਿਆ ਅਤੇ ਉਸ ਸ਼ਾਹ ਨਵਾਜ਼ ਦਾ ਸਿਰ ਵੱਢ ਕੇ ਨੇਜੇ 'ਤੇ ਟੰਗ ਕੇ ਪੰਥ ਵੱਲੋਂ ਵਾਪਸ ਆ ਗਿਆ। ਸਿੰਘਾਂ ਦੀ ਫਿਰ ਜਿੱਤ ਹੋਈ। ਜਿੰਨੀ ਜਲਦੀ ਉਸ ਸਮੇਂ ਸਿੰਘ ਜੰਗ ਮੁਕਾ ਦਿੰਦੇ ਸਨ, ਉਨੇ ਸਮੇਂ ਵਿੱਚ ਅੱਜ ਤੱਕ ਕੋਈ ਪੰਥ ਜੰਗ ਮੁਕਾ ਨਹੀਂ ਸਕਿਆ ਹੈ। ਸੋ ਇਸ ਤਰ੍ਹਾਂ ਲੱਖੂ ਪਾਪੀ ਅਤੇ ਉਸ ਸ਼ਾਹ ਨਵਾਜ਼ ਖਾਨ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਪੰਥ ਨੇ ਦਿੱਤੀ ਅਤੇ ਦਰਗਾਹ ਵਿੱਚ ਵੀ ਅਲੱਗ ਸਜ਼ਾ ਮਿਲੇਗੀ। ਸੋ ਇਹੋ ਜਿਹੀਆਂ ਮੁਸ਼ਕਿਲਾਂ ਤੋਂ ਪੰਥ ਅੱਗੇ ਵਧਿਆ। ਹਜ਼ਾਰਾਂ ਹੀ ਸਿੱਖ ਰੋਜ਼ ਕਤਲ ਕਰ ਦਿੱਤੇ ਗਏ, ਪਰ ਸਿੰਘ ਵੀ ਚੁੱਪ ਨਹੀਂ ਰਹੇ। ਖਾੜਕੂ ਸਿੰਘ ਜੰਗਲਾਂ ਵਿੱਚ ਲੁਕੇ ਨਹੀਂ ਰਹੇ, ਬਲਕਿ ਉਹਨਾਂ ਮੁਗਲਾਂ ਦਾ ਸਾਹਮਣਾ ਵੀ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।